2010 ਤੋਂ ਬਾਅਦ ਖਾਲਿਸਤਾਨ ਤਹਿਰੀਕ ਇੱਕ ਐਸੇ ਮਰਹਲੇ 'ਚ ਦਾਖਲ ਹੋ ਗਈ ਸੀ ਜਿੱਥੇ ਸਭ ਤੋਂ ਵੱਡਾ ਸਵਾਲ ਕੀ ਸੀ। ਅਗਰ ਆਪਾਂ ਇਸ ਦੌਰ ਦੀ ਸ਼ੁਰੂਆਤ ਨੂੰ ਵਾਜ਼ੇ ਕਰੀਏ ਤਾਂ ਫਿਰ 2004 ਤੋਂ ਲੈ ਕੇ 2010 ਤੱਕ ਇਹ ਉਹ ਅਰਸਾ ਸੀ ਜਦੋਂ ਪੰਜਾਬ ਦੇ ਵਿੱਚ ਤਸ਼ੱਦਦ ਜਿਹੜਾ ਨਾ ਉਹ ਤਕਰੀਬਨ ਹੀ ਖਤਮ ਹੋ ਗਿਆ ਸੀ ਔਰ ਇਨਸਾਫ ਦਾ ਅਮਲ ਜਿਹੜਾ ਨਾ ਉਹ ਪਰ ਸ਼ੁਰੂ ਹੀ ਨਹੀਂ ਹੋਇਆ। ਸਿੱਖ ਨੌਜਵਾਨਾਂ ਦੀ ਜਿਹੜੀ ਨਾ ਉਹ ਇੱਕ ਨਵੀਂ ਨਸਲ ਖਾਸ ਕਰਕੇ ਜਿਹੜੀ ਬਿਰੂਨੇ ਮੁਲਕ ਬੈਠੀ ਹੋਈ ਸੀ, ਠੀਕ ਹੈ, ਉਹਨਾਂ ਦੇ ਅੰਦਰ ਇੱਕ ਕਸਕ ਮੌਜੂਦ ਸੀ। ਉਹ ਸਵਾਲ ਚੁੱਕਣ ਲੱਗ ਗਈ ਕਿ ਅਗਰ ਰਿਆਸਤ ਖੁਦ ਇਨਸਾਫ ਫਰਾਹਮ ਨਹੀਂ ਕਰਦੀ ਪਈ ਤੇ ਫਿਰ ਇਹਦਾ ਮੁਤਬਾਦਿਲ ਰਾਸਤਾ ਕੀ ਮੌਜੂਦ ਹੈ। ਭਾਰਤ ਦੇ ਵਿੱਚ ਸਿਆਸੀ ਫਜ਼ਾ ਬਦਲਣ ਤੋਂ ਬਾਅਦ ਸਿੱਖ ਡਾਇਸਪੋਰਾ ਦੇ ਵਿੱਚ ਇਹ ਜਿਹੜਾ ਅਹਿਸਾਸ ਸੀ ਇਹ ਕਾਫੀ ਮਜ਼ਬੂਤ ਹੋਇਆ। ਖਾਲਿਸਤਾਨ ਤਹਿਰੀਕ ਨੇ ਇੱਕ ਨਵਾਂ ਰਾਹ ਇਖਤਿਆਰ ਕੀਤਾ। ਮੁਸੱਲਾ ਕਿਸਮ ਦੀ ਜਦੋਜਹਿਦ ਜਾਂ ਖੁਫੀਆ ਨੈਟਵਰਕਸ ਉਹਦੀ ਬਜਾਏ ਇੱਕ ਖੁੱਲੇ ਸਿਆਸੀ ਔਰ ਕਾਨੂੰਨੀ ਇਕਦਾਮਾਤ ਨੂੰ ਕਰਨਾ। ਇਹ ਰੈਫਰੈਂਡਮ ਜਿਹੜਾ ਉਹ ਕਿਸੇ ਇੱਕ ਦਿਨ ਜਾਂ ਕਿਸੇ ਇੱਕ ਜਗ੍ਹਾ ਤੱਕ ਮਹਦੂਦ ਨਹੀਂ ਸੀ। ਆਲਮੀ ਤਾਕਤ ਨੂੰ ਇਹ ਦੱਸਣਾ ਕਿ ਸਾਡੇ ਹਕੂਕ ਜਿਹੜੇ ਨੇ ਉਹ ਸਲਬ ਕੀਤੇ ਜਾ ਰਹੇ ਨੇ, ਸਾਡੇ ਤੇ ਮੁਸਲਸਲ ਤਸ਼ੱਦਦ ਕੀਤਾ ਜਾ ਰਿਹਾ ਹੈ, ਸਾਨੂੰ ਹਮੇਸ਼ਾ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਸਾਨੂੰ ਆਪਣਾ ਹੱਕ ਚਾਹੀਦਾ ਹੈ। ਔਰ ਕਾਫੀ ਹੱਦ ਤੱਕ ਇਹ ਤਹਿਰੀਕ ਹੁਣ ਕਾਮਯਾਬ ਵੀ ਹੋਈ ਹੈ। बिस्मिल्लाहिर्रहमानिर्रहीम, अस्सलाम वालेकुम। ਤੁਸੀਂ ਦੇਖ ਰਹੇ ਹੋ ਆਪਣਾ YouTube ਚੈਨਲ ਸ਼ਮਾਇਲਾ ਨਿਆਜ਼ ਆਫੀਸ਼ੀਅਲ ਔਰ ਮੈਂ ਤੁਹਾਡੀ ਮੇਜ਼ਬਾਨ ਸ਼ਮਾਇਲਾ ਨਿਆਜ਼। ਪਾਕਿਸਤਾਨ ਦੇ ਵਿੱਚ ਜਿਹੜਾ ਨਾ ਇਸ ਟਾਈਮ ਬੜੀ ਕੜਾਕੇਦਾਰ ਕਿਸਮ ਦੀ ਠੰਡ ਪੈਂਦੀ ਪਈ ਹੈ ਤੇ ਜਿਹੜਾ ਭਾਰਤੀ ਪੰਜਾਬ ਹੈ ਸਾਡਾ, ਉਧਰ ਦੱਸੋ ਕਿ ਠੰਡ ਦੇ ਕੀ ਜਿਹੜੇ ਨੇ ਉਹ ਅਸਾਰ ਨੇ, ਕੀ ਸੂਰਤ ਹਾਲ ਨੇ। ਔਰ ਦੂਸਰਾ, ਦੁਨੀਆ ਦੇ ਜਿਸ ਵੀ ਕੋਨੇ 'ਚ ਤੁਸੀਂ ਬੈਠੇ ਹੋ ਤੁਸੀਂ ਵੀ ਦੱਸ ਸਕਦੇ ਹੋ ਕਿ ਜੀ ਮੌਸਮ ਦਾ ਕੀ ਹਾਲ ਹੈ ਕੀ ਨਹੀਂ। ਔਰ ਥੋੜਾ ਜਿਹਾ ਨਾ ਮੈਨੂੰ ਤੁਹਾਡੇ ਨਾਲ ਗਿਲਾ ਵੀ ਹੈਗਾ ਜੋ ਮੈਂ ਕਰਨਾ ਚਾਹਨੀ ਹਾਂ। ਬਹਰਹਾਲ ਮੈਨੂੰ ਆ ਜਿਹੜਾ ਕੱਪ ਦਾ ਜਿਹੜਾ ਗਰਮ ਸੇਕਾ ਨਾ ਬਹੁਤ ਚੰਗਾ ਲੱਗਦਾ ਪਿਆ। ਠੰਡ ਬਹੁਤ ਜ਼ਿਆਦਾ, ਗੋਡੇ ਕੰਮ ਨਹੀਂ ਕਰਦੇ ਵੀ ਮਨ ਠੰਡ ਦੇ ਕਰਕੇ। ਇਹ ਯਾਰ ਮੈਂ ਇੰਨੀ ਐਫਰਟ ਕਰਦੀ ਹਾਂ ਤੁਹਾਡੇ ਵਾਸਤੇ, ਇੰਨੀ ਮਿਹਨਤ ਕਰਦੀ ਹਾਂ ਔਰ ਪੂਰੀ ਇੱਕ ਰਿਸਰਚ ਕਰਕੇ ਮੈਂ ਪ੍ਰੋਗਰਾਮ ਕਰਦੀ ਹਾਂ, ਐਪੀਸੋਡਸ ਰਿਕਾਰਡ ਕਰਦੀ ਹਾਂ ਔਰ ਲੇਕਿਨ ਤੁਸੀਂ ਦੇਖਦੇ ਨਹੀਂ ਹੈਗੇ। ਔਰ ਕੁਛ ਜਿਹੜੇ ਨੇ ਲੋਕ ਸਮਝਦੇ ਨੇ ਕਿ ਜੀ ਤੁਸੀਂ ਸਿਰਫ ਔਰ ਸਿਰਫ ਖਾਲਿਸਤਾਨ ਦੀ ਤਹਿਰੀਕ ਦੇ ਉੱਤੇ ਹੀ ਕਿਉਂ ਕੰਮ ਕਰਦੇ ਪਏ। ਪਹਿਲੇ ਮੈਂ ਇਹ ਚੀਜ਼ ਕਲੀਅਰ ਕਰ ਦੇਵਾਂ ਕਿ ਮੈਨੂੰ ਕਿਸੇ ਨੇ ਇਸ ਏਜੰਡੇ ਤੇ ਲਾਇਆ ਨਹੀਂ ਹੋਇਆ ਔਰ ਨਾ ਹੀ ਕਿਸੇ ਨੇ ਮੇਰੀ ਕੰਨਪੱਟੀ ਤੇ ਪਿਸਟਲ ਰੱਖੀ ਹੈ ਕਿ ਜੀ ਤੂੰ ਕਰਨਾ ਹੀ ਕਰਨਾ ਹੈ ਇਹ ਵਾਲਾ ਕੰਮ, ਠੀਕ ਹੈ। ਮੈਂ ਇੱਕ ਤਹਿਰੀਕ ਹੈ, ਇੱਕ ਆਜ਼ਾਦੀ ਦੀ ਤਹਿਰੀਕ ਹੈ ਔਰ ਸਿੱਖ ਕਮਿਊਨਿਟੀ ਦੇ ਨਾਲ ਮੇਰੀ ਇੱਕ ਵੈਸੇ ਵੀ ਇੱਕ ਰਗਬਤ ਹੈ, ਇੱਕ ਪਿਆਰ ਹੈ, ਉਨਸੀਅਤ ਹੈ ਔਰ ਮੈਂ ਚਾਹਨੀ ਹਾਂ ਕਿ ਜਿਹੜੀ ਵੀ ਉਹਦੀ ਗੱਲਬਾਤ ਹੈ ਮੈਂ ਉਹਨੂੰ ਆਪਣੇ ਪਲੇਟਫਾਰਮ ਦੇ ਥਰੂ ਜਿਹੜਾ ਨਾ ਉਹ ਉਜਾਗਰ ਵੀ ਕਰਾਂ। ਇਸੇ ਵਾਸਤੇ ਮੈਂ ਖਾਲਿਸਤਾਨ ਸੀਰੀਜ਼ ਦਾ ਜਿਹੜਾ ਨਾ ਉਹ ਆਗਾਜ਼ ਕੀਤਾ ਸੀ ਔਰ ਉਹਦੇ ਕਾਫੀ ਐਪੀਸੋਡਸ ਜਿਹੜੇ ਨੇ ਉਹ ਅਪਲੋਡ ਹੋਏ। ਬਹੁਤ ਸਾਰੇ ਐਪੀਸੋਡਸ ਤੁਸੀਂ ਪਸੰਦ ਕੀਤੇ ਲੇਕਿਨ ਗੁਜ਼ਸ਼ਤਾ ਕੁਝ ਐਪੀਸੋਡਸ ਦੇ ਵਿੱਚ ਤੁਹਾਡੀ ਦਿਲਚਸਪੀ ਕਾਫੀ ਮੈਨੂੰ ਘੱਟ ਨਜ਼ਰ ਆਈ ਹੈ। ਲੇਕਿਨ ਮੈਂ ਚਾਹਾਂਗੀ ਕਿ ਅਗਲੇ ਜਿਹੜੇ ਐਪੀਸੋਡਸ ਨੇ ਉਹਨਾਂ ਦੇ ਵਿੱਚ ਆਪਣੀ ਦਿਲਚਸਪੀ ਬਰਕਰਾਰ ਰੱਖਿਓ ਔਰ ਕਿਉਂਕਿ ਇਹ ਬਿਲਕੁਲ ਇਖਤਤਾਮੀ ਲੈਵਲ ਦੇ ਉੱਤੇ ਸੀਰੀਜ਼ ਆ ਗਈ ਹੈ। ਲਾਸਟ 3 ਐਪੀਸੋਡਸ ਇਹਦੇ ਰਿਕਾਰਡ ਕਰਨਾ ਬਾਕੀ ਨੇ ਔਰ ਅੱਜ ਆਪਾਂ ਜਿਹੜਾ ਨਾ 8ਵਾਂ ਐਪੀਸੋਡ ਰਿਕਾਰਡ ਕਰਨ ਲੱਗੇ ਹਾਂ ਤੇ ਮੈਂ ਜ਼ਰਾ ਕੋਟੇ ਵਾਲਾ ਤੇ ਐਪੀਸੋਡ ਸ਼ੁਰੂ ਕਰਦੇ ਹਾਂ। ਖਾਲਿਸਤਾਨ ਸੀਰੀਜ਼ ਐਪੀਸੋਡ 8। ਤੇ ਜਨਾਬ 2010 ਤੋਂ ਬਾਅਦ ਖਾਲਿਸਤਾਨ ਤਹਿਰੀਕ ਇੱਕ ਐਸੇ ਮਰਹਲੇ 'ਚ ਦਾਖਲ ਹੋ ਗਈ ਸੀ ਜਿੱਥੇ ਸਭ ਤੋਂ ਵੱਡਾ ਸਵਾਲ ਕੀ ਸੀ, ਜਿੱਥੇ ਸਭ ਤੋਂ ਵੱਡਾ ਸਵਾਲ ਜਿਹੜਾ ਉਹ ਇਹ ਸੀ ਕਿ ਅਸੀਂ ਲੜ ਸਕਦੇ ਹਾਂ ਜਾਂ ਅਸੀਂ ਨਹੀਂ ਲੜ ਸਕਦੇ। ਮਤਲਬ ਹੁਣ ਅਸੀਂ ਕਰੀਏ ਕੀ, ਲੜੀਏ, ਬੋਲੀਏ ਜਾਂ ਚੁੱਪ ਰਹੀਏ। ਬਲਕਿ ਇਹ ਸੀ ਕਿ ਅਸੀਂ ਆਪਣੇ ਮਾਜ਼ੀ ਦੇ ਨਾਲ ਕੀ ਕਰੀਏ। ਔਰ ਇਹ ਉਹ ਵਕਤ ਸੀ ਜਦੋਂ ਖਾਲਿਸਤਾਨ ਜਿਹੜਾ ਨਾ ਹੁਣ ਇੱਕ ਮੈਦਾਨ ਜੰਗ ਦਾ ਮੌਜੂ ਨਹੀਂ ਰਿਹਾ ਸੀ ਬਲਕਿ ਤਾਰੀਖ, ਕਾਨੂੰਨ ਔਰ ਸ਼ਨਾਖਤ ਦਾ ਵੀ ਇੱਕ ਸਵਾਲੀਆ ਨਿਸ਼ਾਨ ਬਣ ਚੁੱਕਿਆ ਸੀ। ਬਹਰਹਾਲ ਅਗਰ ਆਪਾਂ ਇਸ ਦੌਰ ਦੀ ਸ਼ੁਰੂਆਤ ਨੂੰ ਵਾਜ਼ੇ ਕਰੀਏ ਤਾਂ ਫਿਰ 2004 ਤੋਂ ਲੈ ਕੇ 2010 ਤੱਕ ਇਹ ਉਹ ਅਰਸਾ ਸੀ ਜਦੋਂ ਪੰਜਾਬ ਦੇ ਵਿੱਚ ਤਸ਼ੱਦਦ ਜਿਹੜਾ ਨਾ ਉਹ ਤਕਰੀਬਨ ਹੀ ਖਤਮ ਹੋ ਗਿਆ ਸੀ ਔਰ ਇਨਸਾਫ ਦਾ ਅਮਲ ਜਿਹੜਾ ਨਾ ਉਹ ਪਰ ਸ਼ੁਰੂ ਹੀ ਨਹੀਂ ਹੋਇਆ। ਇਨਸਾਨੀ ਹਕੂਕ ਦੀਆਂ ਤਨਜ਼ੀਮਾਂ ਦੀਆਂ ਰਿਪੋਰਟਾਂ, ਖਾਸ ਕਰਕੇ ਜਾਲੀ ਪੁਲਿਸ ਮੁਕਾਬਲੇ, ਲਾਪਤਾ ਅਫਰਾਦ ਔਰ ਇਜਤਮਾਈ ਕਬਰਾਂ ਦੇ ਮੁਤਲਕ ਸਾਹਮਣੇ ਆ ਚੁੱਕੀਆਂ ਸੀ। ਲੇਕਿਨ ਰਿਆਸਤੀ ਸਤਹ ਦੇ ਉੱਤੇ ਕੋਈ ਵੀ ਜਿਹੜਾ ਨਾ ਉਹ ਜਾਮੇ ਜਾਂ ਠੋਸ ਸੱਚਾਈ ਕਮਿਸ਼ਨ ਜਾਂ ਇਹਤਿਆਤੀ ਅਮਲ ਜਿਹੜਾ ਨਾ ਉਹ ਨਜ਼ਰ ਨਹੀਂ ਆ ਰਿਹਾ ਸੀ। ਇਹ ਖਲਾ ਖਾਲਿਸਤਾਨ ਸਵਾਲ ਨੂੰ ਜ਼ਿੰਦਾ ਰੱਖਣ ਦੀ ਇੱਕ ਬੁਨਿਆਦੀ ਵਜ੍ਹਾ ਬਣਿਆ। 2010 ਤੋਂ ਬਾਅਦ ਜਿਹੜਾ ਇਹ ਖਲਾ ਸੀ ਇਹ ਮਜ਼ੀਦ ਨੁਮਾਇਆ ਵੀ ਹੋਇਆ ਔਰ ਉਜਾਗਰ ਵੀ ਹੋਇਆ ਔਰ ਇਹ ਉਹ ਵਕਤ ਸੀ ਜਦੋਂ 1984 ਦੇ ਵਾਕਿਆ ਤੋਂ ਬਾਅਦ, ਯਾਨੀ ਉਸ ਵਾਕਿਆ ਨੂੰ ਗੁਜ਼ਰੇ ਕੋਈ ਤਕਰੀਬਨ 26 ਸਾਲ ਹੋ ਗਏ ਸੀ, ਲੇਕਿਨ ਨਾ ਤਾਂ ਮੁਕੰਮਲ ਸਰਕਾਰੀ ਮੁਆਫੀ ਸਾਹਮਣੇ ਆਈ ਸੀ ਔਰ ਨਾ ਹੀ ਜ਼ਿੰਮੇਦਾਰਾਂ ਦੇ ਖਿਲਾਫ ਕੋਈ ਵਾਜ਼ਿਹ ਤੌਰ ਤੇ ਕਾਨੂੰਨੀ ਕਾਰਵਾਈ ਕੀਤੀ ਗਈ ਸੀ।
इसी दौर ਦੇ ਵਿੱਚ ਸਿੱਖ ਨੌਜਵਾਨਾਂ ਦੀ ਜਿਹੜੀ ਨਾ ਉਹ ਇੱਕ ਨਵੀਂ ਨਸਲ ਖਾਸ ਕਰਕੇ ਜਿਹੜੀ ਬਿਰੂਨੇ ਮੁਲਕ ਬੈਠੀ ਹੋਈ ਸੀ, ਠੀਕ ਹੈ, ਉਹਨਾਂ ਦੇ ਅੰਦਰ ਇੱਕ ਕਸਕ ਮੌਜੂਦ ਸੀ। ਉਹ ਸਵਾਲ ਚੁੱਕਣ ਲੱਗ ਗਈ ਕਿ ਅਗਰ ਰਿਆਸਤ ਖੁਦ ਇਨਸਾਫ ਫਰਾਹਮ ਨਹੀਂ ਕਰਦੀ ਪਈ ਤੇ ਫਿਰ ਇਹਦਾ ਮੁਤਬਾਦਿਲ ਰਾਸਤਾ ਕੀ ਮੌਜੂਦ ਹੈ? ਅਗਰ ਹੈਗਾ ਹੈ ਤੇ ਸਾਨੂੰ ਦੱਸੋ। 2014 ਇੱਕ ਇੰਤਹਾਈ ਅਹਿਮ ਮੋੜ ਜਿਹੜਾ ਨਾ ਉਹ ਸਾਬਤ ਹੋਇਆ। ਭਾਰਤ ਦੇ ਵਿੱਚ ਸਿਆਸੀ ਫਜ਼ਾ ਬਦਲਣ ਤੋਂ ਬਾਅਦ ਸਿੱਖ ਡਾਇਸਪੋਰਾ ਦੇ ਵਿੱਚ ਇਹ ਜਿਹੜਾ ਅਹਿਸਾਸ ਸੀ ਇਹ ਕਾਫੀ ਮਜ਼ਬੂਤ ਹੋਇਆ ਕਿ ਕੌਮੀ ਬਿਆਨੀਏ ਦੇ ਵਿੱਚ ਸਿੱਖ ਤਾਰੀਖ ਜਿਹੜਾ ਨਾ ਉਹ ਮਜ਼ੀਦ ਉਹਦੇ ਉੱਤੇ ਜਿਹੜੇ ਹਾਸ਼ੀਏ ਨੇ ਨਾ ਉਹ ਲਾਏ ਜਾ ਸਕਦੇ ਨੇ। ਇਸੇ ਪਾਸੇ ਮੰਦਰ ਦੇ ਵਿੱਚ ਖਾਲਿਸਤਾਨ ਤਹਿਰੀਕ ਨੇ ਇੱਕ ਨਵਾਂ ਰਾਹ ਇਖਤਿਆਰ ਕੀਤਾ। ਮੁਸੱਲਾ ਕਿਸਮ ਦੀ ਜਦੋਜਹਿਦ ਜਾਂ ਖੁਫੀਆ ਨੈਟਵਰਕਸ ਉਹਦੀ ਬਜਾਏ ਇੱਕ ਖੁੱਲੇ ਸਿਆਸੀ ਔਰ ਕਾਨੂੰਨੀ ਇਕਦਾਮਾਤ ਨੂੰ ਕਰਨਾ। ਇਹ ਰਾਹ ਜਿਹੜੀ ਹੈ ਨਾ ਉਹ ਖਾਲਿਸਤਾਨ ਦੀ ਤਹਿਰੀਕ ਨੇ ਨੱਪ ਲਈ ਔਰ ਇसी ਰਾਹ ਦੇ ਉੱਤੇ ਟੁਰਨਾ ਸ਼ੁਰੂ ਕਰ ਦਿੱਤਾ। ਔਰ ਇੱਥੋਂ ਹੀ ਰੈਫਰੈਂਡਮ 2020 ਦਾ ਤਸੱਵੁਰ ਜਿਹੜਾ ਨਾ ਉਹ ਸਾਹਮਣੇ ਆਇਆ, ਜਿਸ ਦੀ ਅਮਲੀ ਜਿਹੜੀ ਸਰਗਰਮੀ ਹੈ ਉਹ 2000 ਤਕਰੀਬਨ 19 ਤੋਂ ਬਾਅਦ ਕਾਫੀ ਜ਼ਿਆਦਾ ਤੇਜ਼ ਹੋ ਗਈ ਸੀ। ਇਹ ਰੈਫਰੈਂਡਮ ਜਿਹੜਾ ਉਹ ਕਿਸੇ ਇੱਕ ਦਿਨ ਜਾਂ ਕਿਸੇ ਇੱਕ ਜਗ੍ਹਾ ਤੱਕ ਮਹਦੂਦ ਨਹੀਂ ਸੀ, ਮਤਲਬ ਇਹਦਾ ਦਾਇਰਾਕਾਰ ਇੰਨਾ ਮਹਦੂਦ ਨਹੀਂ ਸੀ, ਬਲਕਿ ਇਹ 2021 ਤੋਂ ਲੈ ਕੇ 2023 ਤੱਕ ਮੁxtਲਿਫ ਜਿਹੜਾ ਨਾ ਮੁਲਕਾਂ ਦੇ ਵਿੱਚ ਹੋਇਆ। ਮੁxtਲਿਫ ਮੁਲਕਾਂ ਦੇ ਵਿੱਚ ਵੋਟਿੰਗ ਦੇ ਜਿਹੜੇ ਇਵੈਂਟਸ ਨੇ ਉਹ ਮੁਨੱਕਦ ਕੀਤੇ ਗਏ, ਜਿਨ੍ਹਾਂ ਦੇ ਵਿੱਚ ਜਿਹੜੇ ਮੁਲਕ ਸ਼ਾਮਿਲ ਨੇ ਉਹਨਾਂ ਵਿੱਚ ਬਰਤਾਨੀਆ ਵੀ ਹੈਗਾ, ਕੈਨੇਡਾ ਵੀ ਹੈਗਾ ਔਰ ਇਟਲੀ ਵੀ ਹੈ, ਜਰਮਨੀ ਵੀ ਹੈ, ਆਸਟ੍ਰੇਲੀਆ ਵੀ ਹੈਗਾ ਔਰ ਅਮਰੀਕਾ ਵੀ ਸ਼ਾਮਲ ਹੈ, ਜਿਹੜਾ ਹੁਣ ਤੱਕ ਹਰ ਵੱਧ ਚੜ੍ਹ ਕੇ ਹਿੱਸਾ ਲੈਂਦਾ ਪਿਆ ਹੈ ਖਾਲਿਸਤਾਨ ਦੀ ਤਹਿਰੀਕ ਦੇ ਵਿੱਚ। ਇੱਥੇ ਇਹ ਹਕੀਕਤ ਵਾਜ਼ਿਹ ਕਰਨਾ ਬੜਾ ਹੀ ਜ਼ਰੂਰੀ ਹੈ ਕਿ ਇਹ ਰੈਫਰੈਂਡਮਸ ਜਿਹੜੇ ਨੇ ਉਹ ਬੈਨ ਅਲ-ਅਕਵਾਮੀ ਜਾਂ ਰਿਆਸਤੀ ਸਤਹ ਦੇ ਉੱਤੇ ਤਸਲੀਮਸ਼ੁਦਾ ਨਹੀਂ ਸੀ, ਲੇਕਿਨ ਇਹਨਾਂ ਦਾ ਮਕਸਦ ਫੌਰੀ ਤੌਰ ਤੇ ਇੱਕ ਸਿਆਸੀ ਤਬਦੀਲੀ ਵੀ ਨਹੀਂ ਸੀ, ਬਲਕਿ ਇਹਨਾਂ ਦਾ ਮਕਸਦ ਇੱਕ ਆਲਮੀ ਤਾਕਤ ਹਾਸਿਲ ਕਰਨਾ ਸੀ। ਯਾਨੀ ਆਲਮੀ ਤਾਕਤ ਨੂੰ ਇਹ ਦੱਸਣਾ ਕਿ ਸਾਡੇ ਹਕੂਕ ਜਿਹੜੇ ਨੇ ਉਹ ਸਲਬ ਕੀਤੇ ਜਾ ਰਹੇ ਨੇ, ਸਾਡੇ ਤੇ ਮੁਸਲਸਲ ਤਸ਼ੱਦਦ ਕੀਤਾ ਜਾ ਰਿਹਾ ਹੈ, ਸਾਨੂੰ ਹਮੇਸ਼ਾ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਸਾਨੂੰ ਆਪਣਾ ਹੱਕ ਚਾਹੀਦਾ ਹੈ। ਔਰ ਕਾਫੀ ਹੱਦ ਤੱਕ ਇਹ ਤਹਿਰੀਕ ਹੁਣ ਕਾਮਯਾਬ ਵੀ ਹੋਈ ਹੈ ਔਰ ਇਹ ਅਲਾਮਤੀ ਜਿਹੜੀ ਤਾਕਤ ਸੀ ਇਹ ਸਿੱਖ ਤਾਰੀਖ ਦੇ ਵਿੱਚ ਕੋਈ ਨਵੀਂ ਨਹੀਂ ਸੀ। 1940 ਦੀ ਦਹਾਈ ਤੋਂ ਲੈ ਕੇ 1973 ਦੀ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਜਿਹੜੀ ਹੈ ਉੱਥੇ ਤੱਕ ਸਿੱਖ ਸਿਆਸਤ ਦੇ ਵਿੱਚ ਅਲਾਮਤ ਔਰ ਜਿਹੜਾ ਮੁਤਾਲਬਾ ਹੈ ਉਹ ਹਮੇਸ਼ਾ ਨਾਲੋਂ ਨਾਲ ਜਿਹੜਾ ਨਾ ਔਨ ਆਫ ਚੱਲਦਾ ਰਹਿੰਦਾ ਸੀ। ਇਸ ਐਪੀਸੋਡ ਦਾ ਜਿਹੜਾ ਤਸਲਸਲ ਹੈ ਇਹ ਆਪਾਂ ਨੂੰ ਇਹੀ ਚੀਜ਼ ਦੱਸਦਾ ਹੈ ਵੈਸੇ ਕਿ ਖਾਲਿਸਤਾਨ ਸਵਾਲ ਅਚਾਨਕ ਪੈਦਾ ਨਹੀਂ ਹੋਇਆ। ਇਹ ਵੀ ਜਿਸ ਤਰ੍ਹਾਂ ਕਿ ਮੈਂ ਆਪਣੇ ਗੁਜ਼ਸ਼ਤਾ ਐਪੀਸੋਡਸ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਇਹ ਵੀ ਬਹੁਤ ਪਹਿਲੇ ਤਾਂ ਲੱਗ ਗਿਆ ਸੀ, ਬਲਕਿ ਇਹ ਵੀ ਵੰਡ ਤੋਂ ਪਹਿਲੇ ਤਾਂ ਲੱਗਿਆ ਹੋਇਆ ਸੀ ਕਿ ਵੰਡ ਤੋਂ ਬਾਅਦ ਨਹੀਂ ਇਹ ਵੀ ਲੱਗਿਆ। ਖਾਲਿਸਤਾਨ ਜਿਹੜਾ ਸਵਾਲ ਹੈ ਉਹ ਅਚਾਨਕ ਪੈਦਾ ਹੋ ਹੀ ਨਹੀਂ ਸਕਦਾ, ਬਲਕਿ ਹਰ ਦਹਾਈ ਦੇ ਵਿੱਚ ਇਹ ਤਹਿਰੀਕ ਇੱਕ ਨਵੀਂ ਸ਼ਕਲ ਜਿਹੜੀ ਹੈ ਨਾ ਉਹ ਇਖਤਿਆਰ ਕਰਦੀ ਰਹੀ। ਅੱਛਾ, ਇਸੇ ਦੌਰਾਨ ਭਾਰਤੀ ਹਕੂਮਤ ਦਾ ਤਾਂ ਖੈਰ ਰੱਦ ਅਮਲ ਸਾਹਮਣੇ ਆਉਂਦਾ ਹੀ ਰਿਹਾ, ਲੇਕਿਨ ਇਸ ਦੌਰਾਨ ਜਿਹੜਾ ਮਤਲਬ ਐਪੀਸੋਡ ਮੈਂ 8 ਰਿਕਾਰਡ ਕਰਦੀ ਹਾਂ ਇਹਦੇ ਤਨਾਜ਼ੁਰ ਦੇ ਵਿੱਚ ਉਹਦਾ ਰੱਦ ਅਮਲ ਬੜਾ ਵਾਜ਼ਿਹ ਤੇ ਦਸਤਾਵੇਜ਼ਾਤੀ ਸੀ। 2020 ਤੋਂ ਬਾਅਦ ਬਹੁਤ ਸਾਰੇ ਮੌਕਿਆਂ ਦੇ ਉੱਤੇ ਖਾਲਿਸਤਾਨ ਤੋਂ ਜਿਹੜੀਆਂ ਵਬਸਤਾ ਤਨਜ਼ੀਮਾਂ ਸੀ ਔਰ ਬਹੁਤ ਸਾਰੇ ਜਿਹੜੇ ਅਫਰਾਦ ਸੀ ਉਹਨਾਂ ਦੇ ਉੱਤੇ ਕਾਨੂੰਨੀ ਕਿਸਮ ਦੀਆਂ ਕਾਰਵਾਈਆਂ ਕੀਤੀਆਂ ਗਈਆਂ ਔਰ ਜਾਣ ਕੇ ਕਈਆਂ ਨੂੰ ਫਸਾਇਆ ਵੀ ਗਿਆ। ਸਫਾਰਤੀ ਸਤਹ ਦੇ ਉੱਤੇ ਇਤਰਾਜ਼ਾਤ ਕੀਤੇ ਗਏ ਔਰ ਬਾਜ਼ ਮੁਲਕਾਂ ਦੇ ਉੱਤੇ ਇੰਤਹਾਈ ਦਬਾਅ ਵੀ ਪਾਇਆ ਗਿਆ ਕਿ ਇੱਦਾਂ ਦੀਆਂ ਜਿਹੜੀਆਂ ਸਰਗਰਮੀਆਂ ਹੋ ਰਹੀਆਂ ਨੇ ਤੁਹਾਡੇ ਮੁਲਕਾਂ ਦੇ ਵਿੱਚ ਇਹਨਾਂ ਨੂੰ ਮਹਿਦੂਦ ਕਰੋ। ਰਿਆਸਤੀ ਮੌਕਫ ਜਿਹੜਾ ਨਾ ਉਹ ਮੁਸਲਸਲ ਇਹੀ ਰਿਹਾ ਕਿ ਜਿਹੜੀ ਇਹ ਖਾਲਿਸਤਾਨ ਦੀ ਤਹਿਰੀਕ ਹੈ ਨਾ ਇਹ ਕੋਈ ਦਹਿਸ਼ਤਗਰਦਾਨਾ ਜਿਹੜੀ ਹੈ ਨਾ ਉਹ ਤਨਜ਼ੀਮ ਹੈ ਔਰ ਇਹ ਸਿਕਿਉਰਿਟੀ ਵਾਸਤੇ ਖਦਸ਼ਾ ਹੈ ਔਰ ਇੱਕ ਗੈਰ ਮੁਤਲਕਾ ਕਿਸਮ ਦਾ ਨਜ਼ਰੀਆ ਹੈ ਔਰ ਜਿਸ ਦੀ ਪੰਜਾਬ ਦੇ ਵਿੱਚ ਕੋਈ ਵੀ ਜ਼ਮੀਨੀ ਹਮਾਇਤ ਮੌਜੂਦ ਨਹੀਂ ਹੈਗੀ। ਯਾਨੀ ਭਾਰਤ ਇਹ ਕਲੇਮ ਕਰਦਾ ਸੀ ਕਿ ਸਿਰਫ ਚੰਦ ਲੋਕਾਂ ਦਾ ਇੱਕ ਗਰੋਹ ਹੈ ਜਿਹੜਾ ਭਾਰਤ ਦੇ ਵਿੱਚ ਜਿਹੜਾ ਨਾ ਇੰਤਸ਼ਾਰ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਪਿਆ। ਸਿਰਫ ਉਹੀ ਲੋਕ ਨੇ ਜਿਹੜੇ ਖਾਲਿਸਤਾਨ ਚਾਹੁੰਦੇ ਨੇ, ਬਾਕੀ ਇੱਥੇ ਬੜਾ ਅਮਨ ਸ਼ਾਂਤੀ ਹੈ। ਇਹ ਐਪੀਸੋਡ ਜਿਹੜਾ ਨਾ ਇੱਕ ਨਾਜ਼ੁਕ ਹੈ, ਲੇਕਿਨ ਇਹਦੀ ਹਕੀਕਤ ਇਹ ਵੀ ਇਸ ਤਰਫ ਇਸ਼ਾਰਾ ਕਰਦੀ ਹੈ ਕਿ ਪੰਜਾਬ ਦੇ ਅੰਦਰ ਵਾਕਈ ਖਾਲਿਸਤਾਨ ਜਿਹੜੀ ਹੈ ਨਾ ਉਹ ਇੱਕ ਅਵਾਮੀ ਸਿਆਸੀ ਤਹਿਰੀਕ ਦੇ ਤੌਰ ਤੇ ਉੱਭਰ ਕੇ ਸਾਹਮਣੇ ਆਈ ਔਰ ਉਸ ਟਾਈਮ ਉਹਦੀ ਉਹ ਹੈਸੀਅਤ ਮੌਜੂਦ ਨਹੀਂ ਸੀ, ਲੇਕਿਨ ਹੌਲੀ ਹੌਲੀ ਉਹਨੇ ਆਪਣੇ ਆਪ ਨੂੰ ਇੱਕ ਸਿਆਸੀ ਜਮਾਤ ਬਣਾ ਦਿੱਤਾ। ਮੁਕੰਮਲ ਤੌਰ ਤੇ ਉਹ ਗਾਇਬ ਨਹੀਂ ਹੋਈ ਸੀ। ਉਹਦੇ ਬਾਰੇ 'ਚ ਘਰਾਂ ਦੇ ਵਿੱਚ ਮੁxtਲਿਫ ਜਿਹੜਾ ਨਾ ਉਹ ਜਗ੍ਹਾ ਦੇ ਉੱਤੇ ਮੁਲਕਾਂ ਤੋਂ ਬਾਹਰ ਜਿਹੜਾ ਜਿਹੜੇ ਲੋਕ ਬੈਠੇ ਹੋਏ ਸੀ, ਜਿਹੜੇ ਸਿੱਖ ਕਮਿਊਨਿਟੀ ਬੈਠੀ ਹੋਈ ਸੀ ਉਹ ਗੱਲਬਾਤ ਕਰਦੀ ਸੀ, ਸਟੂਡੈਂਟਸ ਗੱਲਬਾਤ ਕਰਦੇ ਸੀ। ਯਾਨੀ ਕਿਤੇ ਨਾ ਕਿਤੇ ਇਸ ਤਹਿਰੀਕ ਨੂੰ ਗੱਲਬਾਤ ਨੇ ਨਜ਼ਰੀਏ ਨੇ ਜ਼ਿੰਦਾ ਰੱਖਿਆ ਹੋਇਆ ਸੀ, ਯਾਦਾਸ਼ਤ ਜਿਹੜੀ ਉਹਨੂੰ ਜ਼ਿੰਦਾ ਰੱਖਿਆ ਹੋਇਆ ਸੀ। ਔਰ ਇਹੀ ਉਹ ਫਰਕ ਹੈ
ਜਿਹਨੂੰ ਸਮਝੇ ਬਗੈਰ ਆਪਾਂ ਖਾਲਿਸਤਾਨ ਤਹਿਰੀਕ ਨੂੰ ਸਮਝ ਹੀ ਨਹੀਂ ਸਕਦੇ। ਮੈਂ ਪਿਛਲੇ ਐਪੀਸੋਡਸ ਦੇ ਵਿੱਚ ਸਾਰੀਆਂ ਚੀਜ਼ਾਂ ਕਵਰ ਅਪ ਕੀਤੀਆਂ। 2010 ਤੋਂ ਬਾਅਦ ਫਿਰ 2020 ਦਾ ਜਿਹੜਾ ਰੈਫਰੈਂਡਮ ਹੈ ਉਹਨੇ ਖਾਲਿਸਤਾਨ ਤਹਿਰੀਕ ਦੀ ਇੱਕ ਵਾਜ਼ੇ ਜਿਹੜੀ ਸ਼ਕਲ ਹੈ ਉਹ ਦੁਨੀਆ ਦੇ ਸਾਹਮਣੇ ਰੱਖ ਦਿੱਤੀ। ਇਸ ਅਰਸੇ ਦੇ ਵਿੱਚ ਖਾਸ ਕਰਕੇ 2020 ਤੋਂ 2021 ਦੇ ਕਿਸਾਨ ਤਹਿਰੀਕ ਦੇ ਦੌਰਾਨ ਇੱਕ ਹੋਰ ਅਹਿਮ ਨੁਕਤਾ ਜਿਹੜਾ ਨਾ ਉਹ ਸਾਹਮਣੇ ਆਇਆ। ਸਿੱਖ ਨੌਜਵਾਨਾਂ ਨੇ ਦੇਖਿਆ ਕਿ ਇਜਤਮਾਈ ਪੁਰਾਮਨ ਔਰ ਮੁਨਜ਼ਮ ਜਦੋਜਹਿਦ ਜਿਹੜੀ ਹੈ ਨਾ ਉਹ ਕਿਸ ਤਰ੍ਹਾਂ ਰਿਆਸਤੀ ਪਾਲਿਸੀ ਦੇ ਉੱਤੇ ਜਿਹੜਾ ਨਾ ਉਹ ਡਾਢਾ ਅਸਰ ਪਾ ਸਕਦੀ ਹੈ। ਅਗਰਚੇ ਇਹ ਤਹਿਰੀਕ ਖਾਲਿਸਤਾਨ ਜਿਹੜੀ ਹੈਗੀ ਹੈ, ਇਹ ਤਹਿਰੀਕ ਖਾਲਿਸਤਾਨ ਇਹ ਬਰਾਹ ਰਾਸਤ ਜਿਹੜੀ ਹੈ ਨਾ ਉਹ ਜੁੜੀ ਨਹੀਂ ਹੋਈ ਸੀ, ਲੇਕਿਨ ਇਹ ਜ਼ਰੂਰ ਆਖਿਆ ਜਾ ਸਕਦਾ ਹੈ ਕਿ ਸਿੱਖ ਜਿਹੜੇ ਨੇ ਉਹਨਾਂ ਵਿੱਚ ਇੱਕ ਸਿਆਸੀ ਸ਼ਊਰ ਪੈਦਾ ਹੋਇਆ। ਉਹ ਨਾ ਸਿਰਫ ਸ਼ਨਾਖਤੀ ਸੀ ਬਲਕਿ ਮੁਆਸ਼ੀ ਵੀ ਹੈਗਾ ਸੀ ਔਰ ਆਪਣੇ ਵਾਸਤੇ ਇੱਕ ਜਿਹੜੇ ਨਾ ਆਇਨੀ ਸਵਾਲਾਤ ਜਿਹੜੇ ਨੇ ਉਹਦੇ ਆਲੇ ਦੁਆਲੇ ਵੀ ਘੁੰਮਦਾ ਪਿਆ ਸੀ। ਉਹਨਾਂ ਨੂੰ ਆਪਣੀ ਇੱਕ ਸਿਮਤ ਦਾ ਵੀ ਅੰਦਾਜ਼ਾ ਹੋ ਗਿਆ ਕਿ ਸਾਡੀ ਡਾਇਰੈਕਸ਼ਨ ਜਿਹੜੀ ਨਾ ਉਹ ਕੀ ਹੈ, ਅਸੀਂ ਕੌਣ ਆ ਬਈ, ਅਸੀਂ ਮਤਲਬ ਕਿਉਂ ਬੈਠੇ ਆ ਇੱਥੇ। ਅਗਰ ਅਸੀਂ ਬੈਠੇ ਹਾਂ ਤਾਂ ਸਾਨੂੰ ਮੁਕੰਮਲ ਤੌਰ ਤੇ ਸਾਡੇ ਰਾਈਟਸ ਦਿੱਤੇ ਜਾਣ, ਸਾਨੂੰ ਮੁਕੰਮਲ ਤੌਰ ਤੇ ਉਹ ਆਜ਼ਾਦੀ ਹੋਵੇ ਜਿਹੜੀ ਕਿ ਅਸੀਂ ਆਪਣੇ ਮੁਤਾਬਿਕ ਗੁਜ਼ਾਰ ਸਕੀਏ। ਔਰ ਇਹੀ ਉਹ ਮੁਕਾਮ ਹੈ ਜਿੱਥੇ ਖਾਲਿਸਤਾਨ ਸਵਾਲ ਅਗਲੇ ਅਸ਼ਰੇ ਦੇ ਵਿੱਚ ਦਾਖਲ ਹੋਇਆ। ਹੁਣ ਸਵਾਲ ਸਿਰਫ ਇਹ ਨਹੀਂ ਸੀ ਖਾਲਿਸਤਾਨ ਕਿ ਖਾਲਿਸਤਾਨ ਬਣੇਗਾ, ਨਹੀਂ, ਸਵਾਲ ਮਜ਼ੀਦ ਪੈਦਾ ਹੋ ਗਏ ਸੀ ਕਿ ਅਸੀਂ ਖਾਲਿਸਤਾਨ ਨੂੰ ਹੁਣ ਹਾਸਿਲ ਕਿੱਦਾਂ ਕਰਨਾ ਹੈ, ਆਪਣੀ ਮੁਕੰਮਲ ਤੌਰ ਤੇ ਖੁਦ ਮੁਖਤਾਰੀ ਜਿਹੜੀ ਆ ਉਹ ਕਿੱਦਾਂ ਹਾਸਿਲ ਕਰਨੀ ਹੈ। ਔਰ ਅੱਜ ਦੇ ਤਨਾਜ਼ੁਰ ਦੇ ਵਿੱਚ ਤੁਸੀਂ ਦੇਖੋ ਤੇ ਖਾਲਿਸਤਾਨ ਦੀ ਤਹਿਰੀਕ ਜਿਹੜੀ ਹੈ ਨਾ ਉਹ ਕਿਸ ਤਰ੍ਹਾਂ ਜ਼ੋਰੋ ਸ਼ੋਰ ਨਾਲ ਜਾਰੀ ਹੈ ਔਰ ਆਪਣੇ ਹਕੂਕ ਵਾਸਤੇ ਖੜੀ ਹੈ, ਜਿਹਨੂੰ ਫਰਾਮੋਸ਼ ਕਰਨ ਦੀ ਬੜੀ ਕੋਸ਼ਿਸ਼ ਕੀਤੀ ਗਈ, ਲੇਕਿਨ ਖਾਲਿਸਤਾਨ ਦੀ ਤਹਿਰੀਕ ਨੂੰ ਕੋਈ ਵੀ ਫਰਾਮੋਸ਼ ਨਹੀਂ ਕਰ ਸਕਿਆ। ਇਸ ਐਪੀਸੋਡ ਦੇ ਆਗਾਜ਼ ਦੇ ਵਿੱਚ ਜਿਸ ਤਰ੍ਹਾਂ ਮੈਂ ਅੱਗੇ ਚੱਲ ਰਹੀ ਸੀ ਤੇ ਲੱਗ ਰਿਹਾ ਸੀ ਕਿ ਬੜਾ ਜ਼ੁਲਮ ਔਰ ਜਬਰ ਫਿਰ ਇਸ ਤਹਿਰੀਕ ਨੂੰ ਭਾਰਤ ਮੁਕੰਮਲ ਤੌਰ ਤੇ ਦਬਾ ਦੇਗਾ, ਲੇਕਿਨ ਇਸ 8ਵੇਂ ਐਪੀਸੋਡ ਤੇ ਆ ਕੇ ਇੱਕ ਚੀਜ਼ ਵਾਜ਼ੇ ਹੋ ਗਈ ਕਿ ਜਿਹੜੀ ਜਦੋਜਹਿਦ ਹੁੰਦੀ ਹੈ ਨਾ, ਜਿਹੜੀ ਲਗਨ ਹੁੰਦੀ ਹੈ, ਉਹਨੂੰ ਤੁਸੀਂ ਜੋ ਮਰਜ਼ੀ ਕਰ ਲਓ, ਜਿੰਨਾ ਮਰਜ਼ੀ ਕਾਬੂ ਕਰਨ ਦੀ ਕੋਸ਼ਿਸ਼ ਕਰੋ, ਤੁਸੀਂ ਕਦੀ ਨਹੀਂ ਕਰ ਸਕਦੇ। ਕਿਉਂਕਿ ਖਾਲਿਸਤਾਨ ਦੀ ਤਹਿਰੀਕ ਜਿਹੜੀ ਹੈ ਨਾ ਉਹਦਾ ਕੋਈ ਵਜੂਦ ਨਹੀਂ ਹੈ ਵੈਸੇ ਬਜ਼ਾਤੇ ਖੁਦ, ਉਹ ਇੱਕ ਨਜ਼ਰੀਆ ਹੈ ਔਰ ਨਜ਼ਰੀਆ ਇੱਕ ਤੋਂ ਦੂਜੇ ਔਰ ਦੂਜੇ ਤੋਂ ਤੀਜੇ ਦੇ ਵਿੱਚ ਪੈਨੀਟ੍ਰੇਟ ਕਰਦਾ ਜਾ ਰਿਹਾ, ਠੀਕ ਹੈ। ਔਰ ਅਗਲਾ ਜਿਹੜਾ ਐਪੀਸੋਡ ਹੈ ਉਹਦੇ ਵਿੱਚ ਆਪਾਂ ਮਜ਼ੀਦ ਚੀਜ਼ਾਂ ਡਿਸਕਸ ਕਰਾਂਗੇ, ਲੇਕਿਨ ਇਹ ਐਪੀਸੋਡ ਲੰਬਾ ਨਾ ਹੋ ਜਾਵੇ ਇਸ ਵਾਸਤੇ ਇਸ ਐਪੀਸੋਡ ਨੂੰ ਆਪਾਂ ਇੱਥੇ ਖਤਮ ਕਰਦੇ ਹਾਂ। ਤੁਹਾਡਾ ਮੁਲਾਕਾਤ ਹੋਏਗੀ ਅਗਲੇ ਐਪੀਸੋਡ ਦੇ ਵਿੱਚ, ਲੇਕਿਨ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ, ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ ਔਰ ਆਪਣੇ ਹਲਕਾ ਬਾਪ ਤੇ ਡਿਸਕਸ ਵੀ ਕਰਿਆ ਕਰੋ। ਮੈਨੂੰ ਤੁਹਾਡੇ ਕਮੈਂਟਾਂ ਦੀ ਔਰ ਤੁਹਾਡੀ ਸਪੋਰਟ ਦੀ ਬੜੀ ਲੋੜ ਹੁੰਦੀ ਹੈ, ਠੀਕ ਹੈ। ਅੱਲਾ ਨੇ ਕਿਰਪਾ।